नहमदुहु व नसल्ली अला रसूलिहिल करीम अम्मा बाद फ़ाउज़ु बिल्लाहि मिनश शैतानिर रजीम बिस्मिल्लाहिर रहमानिर रहीम। आज हम बरकत स्टॉप राजपूत टाउन में आस्ताने आलिया जनाब बाबा जी सिकंदर साहब के यहाँ हाज़िर खिदमत हुए हैं। आज के हमारे मेहमान ये हैं और इनसे कुछ रूहानी सी गुफ्तगू करेंगे। अल्लाह ताला इनको हमेशा आवाम की खिदमत के लिए जो चुना गया है, अल्लाह ताला इनसे वो काम लेते रहें, आमीन। इजाज़त हो तो थोड़ी सी गुफ्तगू हाँ करेंगे। जी, करो। बिस्मिल्लाह। जनाब दा पूरा नाम? मोहम्मद इफ्तिखार अल मरूफ बाबा सिकंदर शाह कलंदर। तुहाडे वालिद मोहतरम दा नाम? सरदार मोहम्मद। तुहानू तारीख पैदाइश याद होएगी? 1954 17 नवंबर जी 1954। सही। ते किहड़ी जगह पैदा होए सी? लाहौर च ही या? साहिवाल बनवा सिख सर ठीक। अल मरूफ मुर्शिदाबाद। तुहाडी तालीम किन्नी है, दुनियावी ते दीनी? दीनी तलीम तो इहो ही है जिहड़ी मालिक ने सिखाई जी ते दुनियावी तलीम फर्स्ट ईयर चों छड्ड दित्ता सी। गुड। तालीम मुकम्मल करन तो बाद तुसी अमली जिंदगी च किस तरह आए, की काम कीता, किस तरह? मेरे वालिद साहब एक सबक पढ़ते हुंदे सी। जी ਉਹ सबक ਨੂੰ ਮੈਂ ਪੜ੍ਹਨਾ ਸ਼ੁਰੂ ਕੀਤਾ जी ਉਹਨਾਂ ਦੇ ਦੱਸੇ ਤੋਂ ਬਗੈਰ, ਗੱਲ ਕੀਤੀ ਤੋਂ ਬਗੈਰ। ठीक। ਉਹਨੇ ਮੈਨੂੰ ਇਸ ਹਾਲਾਤ 'ਚ ਜਿਹੜਾ ਨਾ ਆਸਤਾ 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 ਇਸ ਹਾਲਾਤ 'ਚ ਲੈ ਆਇਆ। जी दरवेशी लाइन की तरफ। ਹਾਂਜੀ। अच्छा जी, तुहाडे कोल दो चार रूहानी सवालात करांगा। ਹਾਂਜੀ ਹਾਂਜੀ। शरीयत, तरीकत, हकीकत ते मार्फत, ਮਾਰਫਤ इन्हां दा आपस विच की ताल्लुक है? ਪਹਿਲੇ ਤਰੀਕੇ 'ਚ ਹੁੰਦਾ, जी ਤਰੀਕੇ ਤੋਂ ਬਾਅਦ ਪਹਿਲੇ ਸਬਕ ਲਿੱਤਾ ਜਾਂਦਾ। ठीक। ਤਰੀਕੇ 'ਚ ਹੁੰਦਾ, ਹਕੀਕਤ ਦਾ ਪਤਾ ਚੱਲਦਾ, ਹਕੀਕਤ ਤੋਂ ਮਾਰਫਤ ਦਾ ਪਤਾ ਚੱਲਦਾ, ਮਾਰਫਤ ਤੋਂ ਸ਼ਰੀਅਤ ਦਾ ਪਤਾ ਚੱਲਦਾ, ਜਿਹੜੀ ਫਕੀਰ ਦਰਵੇਸ਼ ਦੀ ਸ਼ਰੀਅਤ ਹੈ। अच्छा, साडी आउण वाली नस्ल जिहड़ी है ਹਾਂਜੀ बड़ी मायूस है अपने आप ਹਾਂਜੀ। ਨੂੰ। ਇਹਦੀ वजह की है? ਮਜੂਸੀ ਸਰਕਾਰ ਨੇ ਬੋਲਿਆ ਕਿ ਨਾ, ਮਜੂਸ ਨਹੀਂ ਹੋਣਾ ਚਾਹੀਦਾ। ਜ਼ਾਤ ਦੇ ਨਾਲ ਰਜੂ ਕਰੋ, ਜ਼ਾਤ ਦੇ ਨਾਲ ਮੁਹੱਬਤ ਕਰੋ, ਜ਼ਾਤ ਦੇ ਨਾਲ ਪਿਆਰ ਕਰੋ। ਜਦੋਂ ਜ਼ਾਤ ਦੇ ਨਾਲ ਪਿਆਰ ਕਰੋਗੇ ਤੇ ਜ਼ਾਤ ਆਟੋਮੈਟਿਕ ਰਸਤਾ ਖੋਲ ਦਿੰਦੀ, ਮਜੂਸੀ ਖਤਮ ਹੋ ਜਾਂਦੀ। सही। तुसां अज तक रूहानियत वास्ते किन्ने कु सफर कीते ने? ਰੂਹਾਨੀਅਤ ਵਾਸਤੇ, ਰੂਹਾਨੀਅਤ ਦਾ ਤਾਂ ਮੈਨੂੰ ਪਤਾ ਨਹੀਂ। ਬਾਬਾ ਮਸਤ ਇਹਨਾਂ ਦੀ ਤਸਵੀਰ ਲੱਗੀ ਹੈ। जी जी ਇਹਨਾਂ ਨੇ ਕਿਸੇ ਵਕਤ ਤੇ ਮੇਰੇ ਵਾਲਦ ਸਾਹਿਬ ਹਿੱਸਾ ਕੱਢਦੇ ਹੁੰਦੇ ਸੀ जी ਤੇ ਉਹਨਾਂ ਨੇ, ਬਾਬੇ ਮਸਤ ਨੇ ਕਿਹਾ, ਮੈਨੂੰ ਕੋਲ ਬਿਠਾ ਕੇ ਲੁਕਮੇ ਖਿਲਾਏ ਤੇ ਕਹਿੰਦੇ ਸਰ ਹਾਜੀ ਸਰਦਾਰ ਮੁਹੰਮਦ ਇਹ ਸਾਡੇ ਚੋਂ ਹੈ। ਉਸ ਤੋਂ ਬਾਅਦ ਸਫ਼ਰ ਜਿਹੜਾ ਨਾ ਸ਼ੁਰੂ ਹੋਇਆ। ਮੈਨੂੰ ਨਹੀਂ ਪਤਾ ਕਿ ਕੀ ਹੁੰਦਾ ਰਿਹਾ, ਲੇਕਿਨ ਹੋਇਆ ਬਹੁਤ ਅਜੀਬ। ठीक। ਤੁਹਾਡਾ ਤਾਲੁਕ ਬਾਬਾ ਜੀ ਹਦਾਇਤੁੱਲਾ ਸਾਹਿਬ ਦੇ ਨਾਲ ਕਿਸ ਤਰ੍ਹਾਂ ਬਣਿਆ ਤੇ ਇਹ ਸਿਲਸਿਲਾ ਕਿਸ ਤਰ੍ਹਾਂ ਚੱਲਿਆ? ਅਸੀਂ ਤਿੰਨ ਜੀ ਸੀ। ਜੀ ਅਕਰਾਮ ਉਹ ਬਾਬੇ ਨੂੰ ਜਾਣਦਾ ਸੀ, ਹੂੰ ਇੱਕ ਮੁਹੰਮਦ ਅਨਵਰ ਜੀ ਤੇ ਇੱਕ ਮੈਂ ਸੀ। ਠੀਕ। ਉਹਨਾਂ ਨੇ ਕਿਤੇ ਖਾਬ ਦੇਖਿਆ ਕਿ ਅਸੀਂ ਬਾਬਾ ਜੋ ਕੋਈ ਗਏ ਕੱਚੀਆਂ ਸੀੜੀਆਂ ਤੇ ਸੀੜੀਆਂ ਚੁੱਕ ਕੇ ਬੈਠ ਕੇ ਜੇ ਜਾਂਦੇ ਹਾਂ ਜੀ ਤੇ ਕਿ ਉਹ ਸਾਨੂੰ ਬੋਤਲਾਂ ਪਿਲਾਉਂਦੇ ਤੇ
ਉਦੋਂ ਮੁਲਾਕਾਤ ਹੋਈ ਉਹਨਾਂ ਨਾਲ। ਹੂੰ ਉਸ ਤੋਂ ਬਾਅਦ ਜਿਵੇਂ ਰਾਤ ਨੂੰ, ਉਦੋਂ ਜਿਵੇਂ ਦੀ ਛੁੱਟੀ ਹੁੰਦੀ ਸੀ, ਜਿਵੇਂ ਰਾਤ ਨੂੰ ਆਏ ਕੋਈ 2-2:30 ਵਜੇ ਤੱਕ ਮੇਰੇ ਨਾਲ ਗੱਲ ਕਰਦੇ ਰਹੇ ਕਿ ਪਿਛਲਾ ਸਫ਼ਰ ਸੁਣਿਆ। ਹੂੰ ਉਸ ਤੋਂ ਬਾਅਦ ਜਿਹੜਾ ਨਾ ਕਹਿੰਦੇ ਕਿ ਦੌਲਤ ਦੁਨੀਆ ਚਾਹੀਦੀ, ਦਾਤ ਚਾਹੀਦੀ। ਹੂੰ ਮੈਂ ਕਿਹਾ ਦਾਤ ਚਾਹੀਦੀ। ਠੀਕ। ਤੇ ਉਸ ਤੋਂ ਬਾਅਦ ਫਿਰ ਮੈਨੂੰ ਸਬਕ ਦਿੱਤਾ ਉਹਨਾਂ ਨੇ, ਜੀ। ਜਿਹੜਾ ਸਬਕ ਦੇਣ ਦੀ ਇਜਾਜ਼ਤ ਮੈਨੂੰ ਹੀ ਅੱਗੇ ਦੇ ਗਏ। ਸਹੀ। ਹਾਂਜੀ। ਮਾਸ਼ਾ ਅੱਲਾਹ। ਅੱਛਾ ਜੀ, ਤੁਹਾਡੇ ਅੱਗੇ ਸਵਾਲ ਕਰਾਂਗਾ ਕਿ ਸਾਡੀਆਂ ਦੁਆਵਾਂ ਦੇ ਵਿੱਚ ਅਸਰ ਕੋਈ ਨਹੀਂ, ਇਹਦੀ ਬੁਨਿਆਦੀ ਵਜ੍ਹਾ ਕੀ ਹੈ? ਦੁਆ ਕਰਵਾਈ ਨਹੀਂ ਜਾਂਦੀ, ਦੁਆ ਲਿੱਤੀ ਜਾਂਦੀ। ਠੀਕ। ਦੁਆ ਲਓ, ਉਹਦਾ ਇਸਤੇਮਾਲ ਕਰੋ। ਜਿਸ ਤਰ੍ਹਾਂ ਡਾਕਟਰ ਦਵਾਈ ਦਿੰਦਾ, ਇਸਤੇਮਾਲ ਕਰੋਗੇ ਸ਼ਿਫਾ ਹੁੰਦੀ। ਹੂੰ ਪੀਰ ਦਰਵੇਸ਼ ਕੋ ਵੀ ਇਹ ਦੁਆ ਹੈ। ਠੀਕ। ਇਹ ਦੁਆ ਦਿੰਦਾ, ਠੀਕ। ਮੁਫਤ ਤਕਸੀਮ ਕਰਦਾ। ਹੂੰ ਤੇ ਉਹ ਦੁਆ ਜਿਹੜੀ ਨਾ ਇਸਤੇਮਾਲ ਕਰੋ ਤੇ ਸ਼ਿਫਾ ਜ਼ਾਤ ਨੂੰ ਹੋ ਜਾਂਦੀ। ਮੇਰਾ ਸਵਾਲ, ਦੁਆਵਾਂ ਦੇ ਵਿੱਚ ਅਸਰ ਕੋਈ ਨਹੀਂ ਰਿਹਾ। ਕੋਈ ਵੀ ਆਮ ਆਦਮੀ ਅਗਰ ਨਮਾਜ਼ ਪੜ੍ਹਦਾ ਹੈ ਤੇ ਉਹਦੀ ਅਸਰ ਉਹ ਕਬੂਲ ਨਹੀਂ ਹੁੰਦੀ ਪਈ ਹੈ। ਕੀ ਅਸੀਂ ਵਜ੍ਹਾ ਨਮਾਜ਼ ਕੀ? ਪੜ੍ਹਦੇ ਹਾਂ, ਸੋਚ ਕਿਤੇ ਹੋਰ ਹੁੰਦੀ ਹੈ ਹੂੰ ਤੇ ਸਜਦਾ ਜ਼ਾਤ ਨੂੰ ਕਰ ਰਹੇ ਹੁੰਦੇ। ਠੀਕ। ਲੇਕਿਨ ਜਦੋਂ ਜ਼ਾਤ ਨੂੰ ਇੰਨਾ ਕੁ ਸਾਹਮਣੇ ਰੱਖੋ ਕਿ ਉਹ ਰੂਬਰੂ ਮੇਰੇ, ਤੇ ਫਿਰ ਨਮਾਜ਼ ਹੁੰਦੀ। ਫਿਰ ਨਮਾਜ਼ ਜਿਹੜੀ ਨਾ ਉਹ ਹੁੰਦੀ। ਹੂੰ ਫਿਰ ਉਹ ਜਿਹੜੀ ਨਮਾਜ਼ ਦਾ ਅਸਰ, ਜਿਹੜੀ ਇਲਤਜਾ ਕਰਾਂਗੇ ਮਾਲਕ ਅੱਗੇ, ਉਹ ਕਬੂਲ ਹੋਏਗੀ। ਸਾਨੂੰ ਅੱਲਾ ਤੱਕ ਪਹੁੰਚਣ ਵਾਸਤੇ ਕੀ ਕਰਨਾ ਚਾਹੀਦਾ ਹੈ? ਮਾਲਕ ਨਾਲ ਰਜੂ ਕਰਨਾ ਚਾਹੀਦਾ, ਕਿਸੇ ਫਕੀਰ ਦਰਵੇਸ਼ ਕੋ ਸਬਕ ਲੈ ਲੈਣਾ ਚਾਹੀਦਾ। ਮੌਲਵੀ ਹੂੰ ਅਗਰ ਜਿਸ ਸਬਕ ਤੇ ਕਾਇਮ ਹੋ ਜਾਏ, ਮੌਲਵੀ ਵੀ ਸਬਕ ਦਿੰਦੇ, ਹੂੰ ਅਗਰ ਮੌਲਵੀਆਂ ਵਾਲੇ ਸਬਕ ਤੇ ਕਾਇਮ ਹੋ ਜਾਏ ਤਾਂ ਫਿਰ ਸੱਜੇ ਖੱਬੇ ਦੇਖਣ ਦੀ ਜ਼ਰੂਰਤ ਨਹੀਂ। ਠੀਕ। ਅਗਰ ਫਕੀਰ ਦਰਵੇਸ਼ ਦਾ ਸਬਕ ਦਿੰਦਾ ਹੂੰ ਤੇ ਉਹਦੇ ਸਬਕ ਤੇ ਕਾਇਮ ਹੋ ਜਾਏ ਜੀ। ਤੇ ਫਿਰ ਪਿੱਛੇ ਮੁੜ ਕੇ ਵੀ ਦੇਖਣ ਦੀ ਜ਼ਰੂਰਤ। ਸਹੀ। ਅਗਲਾ ਸਵਾਲ ਇੱਥੇ ਹੀ ਆਉਂਦਾ ਹੈ, ਸੂਫੀ ਯਾਨੀ ਦਰਵੇਸ਼ ਤੇ ਮੌਲਵੀ ਦੇ ਵਿੱਚ ਫਰਕ ਕੀ ਹੈ? ਸੂਫੀ ਦੀ ਹਕੀਕਤ ਹੋਰ ਹੈ ਜੀ। ਮੌਲਵੀ ਦੀ ਹਕੀਕਤ ਹੋਰ ਹੈ। ਮੌਲਵੀ ਬੇਸਿਕਲੀ ਸਬਕ ਦਿੰਦਾ ਬੱਚੇ ਨੂੰ। ਹੂੰ ਤੇ ਸੂਫੀ ਜਿਹੜਾ ਨਾ ਉਹ ਆਪਣਾ ਮਸਕ ਰੂਹਾਨੀਅਤ, ਠੀਕ। ਜ਼ਾਤ ਨਾਲ ਰਜੂ ਕਰਾਉਂਦਾ। ਹੂੰ ਅੱਗੇ ਕਲੰਦਰੀ ਹੈ ਜਾਂ ਕਲੰਦਰ ਹੈ, ਹੂੰ ਉਹ ਜ਼ਾਤ ਨਾਲ ਰਜੂ ਕਰਾਉਂਦਾ। ਹੂੰ ਐਨ ਹਕੀਕਤ ਜ਼ਾਤ ਨਾਲ ਰਜੂ ਕਰਦਾ। ਉਹ ਸ਼ਾਹਰਗ ਤੋਂ ਜਿਸ ਤਰ੍ਹਾਂ ਕਰੀਬ ਵਾਸਤਾ ਨਾ, ਸ਼ਾਹਰਗ ਤੋਂ ਕਰੀਬ ਉਹ ਅੰਦਰ ਵਾਰਦੇ ਵਜੂਦ ਕਰਦਾ। ਹੂੰ ਕਲੰਦਰ ਜਿਹੜਾ ਸਹੀ। ਜਦੋਂ ਵਾਰਦੇ ਵਜੂਦ ਕਰਦਾ ਤਾਂ। ਅੱਛਾ ਜੀ, ਤੁਹਾਡੇ ਕੋਲ ਅਗਲਾ ਸਵਾਲ ਇਹ ਕਰਨਾ ਹੈ ਕਿ ਦਰਵੇਸ਼ੀ ਚੀਜ਼ ਕੀ ਹੈ? ਦਰਵੇਸ਼ੀ ਜਿਹੜੀ ਨਾ ਆਪਣੇ ਆਪ ਨੂੰ ਖਤਮ ਕਰਕੇ ਜ਼ਾਤ ਨੂੰ ਆਪਣੇ ਅੰਦਰ ਸਮਾ ਜਾਣਾ। ਜ਼ਾਤ ਦੇ ਖਿਆਲ ਚ ਹੋਣਾ, ਹੂੰ ਜ਼ਾਤ ਨੂੰ ਸਮਾਉਣਾ। ਹੂੰ ਜ਼ਾਤ ਨੂੰ ਆਪਣੇ ਅੰਦਰ ਸਮਾਓ। ਠੀਕ। ਇਹ ਕਹਿਣ ਦੀ ਜ਼ਰੂਰਤ ਨਹੀਂ, ਜਦੋਂ ਜ਼ਾਤ ਅੰਦਰ ਸਮਾਉਂਦੀ ਹੂੰ ਤੇ ਫਿਰ ਜ਼ਾਤ ਅੰਦਰੋਂ ਬੋਲਦੀ। ਠੀਕ। ਤੇ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਕਿ ਦਰਵੇਸ਼ ਆ, ਫਕੀਰ ਹੈ, ਕੋਈ ਕਵੇ ਨਾ ਕਵੇ, ਉਹ ਆਪਣੀ ਜ਼ਾਤ ਨਾਲ ਜਿਹੜਾ ਨਾ ਉਹਦਾ ਤਾਲੁਕ ਹੁੰਦਾ। ਅੱਲਾਹ ਤਾਲਾ ਦੀ ਜ਼ਾਤ ਇਨਸਾਨ ਨੂੰ ਕਿਦੋਂ ਅਤਾ ਕਰਦੀ ਹੈ? ਕੋਈ ਪਤਾ ਲੱਗ ਜਾਂਦਾ ਇਨਸਾਨ ਨੂੰ ਕਿ ਵੀ ਮੈਨੂੰ ਹਤਾ ਹੋ ਗਈ? ਇਹ ਮੁਰਸ਼ਦ ਦੱਸਦਾ। ਅੱਛਾ। ਮੁਰਸ਼ਦ ਕਹਿੰਦਾ ਕਿ ਤੂੰ ਅੱਗੇ ਇਹ ਕੰਮ ਕਰ ਸਕਦਾ। ਹੂੰ ਮੁਰਸ਼ਦ ਦੇ ਆਰਡਰ ਤੋਂ ਬਗੈਰ ਕੁਝ ਨਹੀਂ ਕਰ ਸਕਦੇ। ਪੱਤਾ ਜ਼ਰਾ ਵੀ ਨਹੀਂ ਹਿਲਦਾ। ਸਹੀ। ਮੁਰਸ਼ਦ ਦਾ ਹੁਕਮ ਹੋਵੇ ਕੰਮ ਹੁੰਦੇ, ਮੁਰਸ਼ਦ ਦਾ ਹੁਕਮ ਹੋਵੇ ਤੇ ਨਹੀਂ। ਇਹ ਮਹਿਜੂਬਾਂ ਵਾਲੀ ਜ਼ਿੰਦਗੀ ਸਾਈਡ ਤੇ ਬੈਠ ਕੇ ਮਾਲਕ ਦੀ ਯਾਦ ਚ ਜ਼ਿੰਦਗੀ ਗੁਜ਼ਾਰ ਦੇਣਾ। ਅਸੀਂ ਆਪਣੇ ਨਫਸ ਦਾ ਮੁਹਾਸਬਾ ਕਿਸ ਤਰ੍ਹਾਂ ਕਰ ਸਕਦੇ ਹਾਂ? ਯਾਨੀ ਆਪਣੀਆਂ ਖਾਹਿਸ਼ਾਂ ਨੂੰ ਕਿਸ ਤਰ੍ਹਾਂ ਤਰੋੜ ਮਰੋੜ ਕੇ ਕਿਸ ਤਰ੍ਹਾਂ ਕਰ ਸਕਦੇ ਹਾਂ ਕਿ ਜਦੋਂ ਅਸੀਂ? ਜ਼ਾਤ ਨਾਲ ਰਜੂ ਹੋਏਗਾ ਨਾ, ਹੂੰ ਜ਼ਾਤ ਰੂਬਰੂ ਹੋਏਗੀ। ਜ਼ਾਤ ਰੂਬਰੂ ਹੋਏਗੀ ਜੀ। ਤੇ ਜ਼ਾਤ ਜਦੋਂ ਰੂਬਰੂ ਹੋਏਗੀ, ਅਸੀਂ ਜਿਹੜਾ ਨਾ ਉਹਦੇ ਸਾਹਮਣੇ ਕੋਈ ਹਰਕਤ ਕਰਾਂਗੇ ਕਿ ਰੱਬ ਦੇਖ ਰਿਹਾ। ਹੂੰ ਜਦੋਂ ਹਰਕਤ ਕਰਨ ਲੱਗਾਂਗੇ ਰੱਬ ਦੇਖ ਰਿਹਾ। ਹੂੰ ਯਾਨੀ ਹਰਕਤ ਉਹ ਤੋਂ ਆਟੋਮੈਟਿਕਲੀ ਸਾਡੀਆਂ ਖਾਹਿਸ਼ਾਂ ਖਤਮ ਹੋ ਜਾਣਗੀਆਂ।
ਅੱਛਾ ਜੀ, ਅਗਲਾ ਸਵਾਲ ਇਹ ਵੀ ਕਿ ਸਬਰ ਤੇ ਸ਼ੁਕਰ ਦੇ ਵਿੱਚੋਂ ਤੁਸੀਂ ਕਿਹਨੂੰ ਅਹਿਮੀਅਤ ਦਿੰਦੇ ਹੋ? ਨੰਬਰ 1 ਤੇ ਕਿਹਨੂੰ ਰੱਖਦੇ ਹੋ? ਪਹਿਲੇ ਸਬਰ, ਹੂੰ ਫਿਰ ਰਜ਼ਾ, ਹੂੰ ਫਿਰ ਉਹਦਾ ਸ਼ੁਕਰ ਅਦਾ ਕੀਤਾ ਜਾਂਦਾ। ਯਾਨੀ 3 ਦਰਜਾਤ ਆ ਗਏ, ਹਾਂਜੀ, ਸਬਰ, ਰਜ਼ਾ ਤੇ ਸ਼ੁਕਰ। ਸ਼ੁਕਰ। ਠੀਕ ਹੋ ਗਿਆ। ਕਦੀ ਤੁਸੀਂ ਬਿਲਕੁਲ ਕੱਲਿਆਂ ਬੈਠੇ ਹੋਵੋ ਤਨਹਾਈ 'ਚ ਤੇ ਕੀ ਸੋਚਦੇ ਹੋ? ਮਾਲਕ ਦੀ ਯਾਦ 'ਚ, ਮਾਲਕ ਦੇ ਖਿਆਲ ਜਿਹੜਾ ਸਭ ਕੁਝ ਜ਼ਾਤ ਵੱਲੋਂ ਮੁਰਸ਼ਦ ਵੱਲੋਂ ਮਿਲਿਆ, ਉਹ ਸਭ ਕੁਝ ਦੇ ਖਿਆਲ 'ਚ। ਕੋਈ ਐਸੀ ਖਾਸ਼ ਤੁਹਾਡੇ ਦਿਲ 'ਚ ਐਸੀ ਹੋਵੇ ਕਿ ਯਾਰ ਮੈਂ ਫਲਾਣਾ ਕੰਮ ਕਰ ਜਾਵਾਂ? ਇੱਕ ਇਨਸਾਨ ਦੇ ਅੰਦਰ ਹੁੰਦੀ ਹੈ ਨਾ, ਕੋਈ ਹੈ ਐਸੀ ਖਾਸ਼? ਨਹੀਂ, ਕੋਈ ਖੁਆਇਸ਼ ਨਹੀਂ। ਜੋ ਮਾਲਕ ਕਰ ਰਿਹਾ ਉਹ ਬਿਹਤਰ, ਹੂੰ ਜੋ ਮਾਲਕ ਕਰੇਗਾ ਉਹ ਬਿਹਤਰ। ਹੂੰ ਖੁਆਇਸ਼ਾਂ ਨਹੀਂ ਇਹਦੇ ਖਾਸ਼ ਚ, ਨਹੀਂ ਪਾਈ। ਖੁਆਇਸ਼ ਨਹੀਂ ਰੱਖੀ ਜਾਂਦੀ। ਠੀਕ ਹੈ। ਕੁਛ ਲੋਕ ਤੁਹਾਡੇ ਤੇ ਤਨਕੀਦ ਵੀ ਕਰਦੇ ਹੋਣਗੇ ਕਿ ਆ ਬਾਬਾ ਬੜਾ ਗਲਤ ਹੈ ਜਾਂ ਇਸ ਤਰੀਕੇ ਦੇ ਨਾਲ, ਤੇ ਤੁਸੀਂ ਉਹ ਕਿਸ ਤਰ੍ਹਾਂ ਉਹਨਾਂ ਨੂੰ ਗੁੱਸੇ ਨਾਲ ਸਮਝਾਉਂਦੇ ਹੋ, ਪਿਆਰ ਨਾਲ ਸਮਝਾਉਂਦੇ ਹੋ, ਕਿਸ ਤਰ੍ਹਾਂ ਸਮਝਾਉਂਦੇ ਹੋ ਜਿਹੜੇ ਤਨਕੀਦ ਕਰਦੇ? ਗੁੱਸਾ ਨਹੀਂ ਕਰਨਾ, ਉਹਨਾਂ ਦੀ ਗੱਲ ਸੁਣਨੀ, ਖਾਮੋਸ਼ੀ ਨਾਲ ਆਪਣਾ ਮਾਲਕ ਦੇ ਵਕਤ ਖਿਆਲ 'ਚ ਗੁਜ਼ਾਰਨਾ। ਰਹਿਣਾ। ਹੂੰ ਤੇ ਅਗਰ ਕੋਈ ਗੱਲ ਕਰਦਾ ਉਹਨੂੰ ਕਹਿਣਾ ਕਿ ਜੋ ਜ਼ਾਤ ਨੂੰ ਮਨਜ਼ੂਰ ਹੈ ਉਹ ਹੋ ਰਿਹਾ, ਸਹੀ। ਮੇਰਾ ਆਪਣਾ ਕੋਈ ਫੇਲ ਨਹੀਂ ਹੈ। ਠੀਕ। ਸਾਡੀ ਰੂਹ ਦੀ, ਕੁਛ ਲੋਕ ਆਉਂਦੇ ਨੇ ਜੀ ਮੌਸੀਕੀ ਰੂਹ ਦੀ ਗ਼ਜ਼ਾ ਹੈ, ਸਾਡੀ ਰੂਹ ਦੀ ਗ਼ਜ਼ਾ ਕੀ ਹੈ? ਰੂਹ ਦੀ ਗ਼ਜ਼ਾ ਜ਼ਾਤ ਹੈ, ਹੂੰ ਉਹਦਾ ਮਤਲਬ ਕਿ ਜਿਹੜਾ ਇਸਮ ਹੈ ਜਾਂ ਇਸਮੇ ਆਜ਼ਮ ਹੈ, ਹੂੰ ਉਹ ਜਿਹੜਾ ਨਾ ਰੂਹ ਦੀ ਗ਼ਜ਼ਾ। ਜਦੋਂ ਜ਼ਾਤ ਅੰਦਰ, ਫਿਰ ਤਲਬ ਨਹੀਂ ਰਹਿੰਦੀ ਕਿ ਕਿਸੇ ਚੀਜ਼ ਦੀ ਤਲਬ ਕੀਤੀ ਜਾਏ। ਠੀਕ। ਸਾਡੇ ਮੁਲਕ ਦੇ ਵਿੱਚ ਹਰ ਪਾਸੇ ਅਫਰਾ ਤਫਰੀ ਹੈ, ਮਤਲਬ ਹਰ ਬੰਦਾ ਹੀ ਕੋਈ ਇੱਧਰ ਨੱਸ ਰਿਹਾ, ਕੋਈ ਉੱਧਰ ਨੱਸ ਰਿਹਾ, ਪਾਰਟੀਆਂ ਆਪਸ ਵਿੱਚ ਮਤਲਬ ਗੁੱਥਮ ਗੁੱਥਾ ਨੇ, ਲੜਦੀਆਂ ਨੇ ਪਈਆਂ। ਪਿਛਲੇ ਦਿਨਾਂ ਸਦਰੇ ਆਪਣਾ ਮੁਰੀਦ ਕੇ ਇੱਕ ਵਾਕਿਆ ਹੋਇਆ, ਹਾਂਜੀ ਬੜੀ ਤਕਲੀਫ ਦੇ ਚੀਜ਼ਾਂ ਨੇ। ਜੀ ਜੀ। ਤੁਸੀਂ ਇਸ ਬਾਰੇ 'ਚ ਕੀ, ਕਿ ਸਾਨੂੰ ਸਾਰਿਆਂ ਨੂੰ, ਮੁਸਲਮਾਨਾਂ ਨੂੰ ਇਕੱਠਿਆਂ ਹੋਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ? ਕੁਛ ਸੋਚ। ਮੁਸਲਮਾਨਾਂ ਨੂੰ ਮੁਸਲਮਾਨ ਹੋਣਾ ਬਹੁਤ ਬੜੀ ਬਾਤ ਹੈ। ਬਾਤ ਹੈ, ਲੇਕਿਨ ਅਸੀਂ ਉਹਨਾਂ ਦੇ ਗੱਲ ਤੇ ਕਾਇਮ ਨਹੀਂ ਹੁੰਦੇ। ਹੂੰ ਜਦੋਂ ਗੱਲ ਤੇ ਕਾਇਮ ਨਹੀਂ ਨਾ ਹੁੰਦੇ, ਹੂੰ ਅਸੀਂ ਉਹ ਫਿਰ ਆਪਣੇ ਨਫਸ ਦੀ ਹੂੰ ਬਿਲਕੁਲ ਉੱਧਰ ਜ਼ਰੂਰਤ ਹੀ ਦੇ ਆ ਜਾ, ਤਹਿਤ ਉੱਧਰ ਹੀ ਅਸੀਂ ਆ ਇਹ ਜਾ। ਜਿਹੜਾ ਨਾ ਕੰਮ ਕਰਦੇ ਹਾਂ। ਖਾਹਿਸ਼ਾਂ ਆ ਲੇਕਿਨ ਜਾਂਦੀਆਂ ਨੇ ਵਿੱਚ। ਮਨਜ਼ੂਰ ਜ਼ਾਤ ਨੂੰ ਹੁੰਦਾ ਹੂੰ ਤਾਂ ਉਹਦਾ ਸਫ਼ਰ ਹੁੰਦਾ, ਹੂੰ ਉਹਦਾ ਟਾਈਮ ਹੁੰਦਾ, ਹੂੰ ਲੇਕਿਨ ਮਨਜ਼ੂਰ ਜ਼ਾਤ ਨੂੰ ਹੁੰਦਾ। ਉਹ ਕਿਹਨਾਂ ਕੋ ਕੰਮ ਲੈਂਦੀ, ਜੀ। ਉਹ ਕਿਹਨਾਂ ਕੋ ਕੰਮ ਲੈਂਦੀ, ਕਿਹਨਾਂ ਦਾ ਕੰਮ ਕਰਦੀ, ਉਹ ਸਹੀ, ਜ਼ਾਤ ਆ, ਬਿਲਕੁਲ ਜ਼ਾਤ ਦਾ ਸਹੀ। ਨਿਜ਼ਾਮ ਹੈ। ਉਹਦੇ 'ਚ ਬੰਦੇ ਦੀ ਕੋਈ ਹਕੀਕਤ ਨਹੀਂ। ਹੂੰ ਲੋਕਾਂ ਵਾਸਤੇ ਕੋਈ ਪੈਗਾਮ ਦਿਓ, ਆਪਣੇ ਜਿਹੜੇ ਚਾਹਣ ਵਾਲੇ ਨੇ, ਮੁਰੀदैन ਨੇ, ਜਾਂ ਜਿਹੜੇ ਪੂਰੇ ਪਾਕਿਸਤਾਨ ਦੇ ਲੋਕਾਂ ਵਾਸਤੇ ਪੈਗਾਮ ਦੇ ਦਿਓ। ਤਕਰੀਬਨ ਸਾਰੇ ਆਦਮ ਦੀ ਔਲਾਦ ਹੈ, ਸਾਰਿਆਂ ਵਾਸਤੇ ਪੈਗਾਮ ਹੈ ਜੀ। ਕਿ ਆਪਣੇ ਆਪਣੇ ਮਸਲਕ ਦੇ ਤਹਿਤ ਹੂੰ ਜ਼ਾਤ ਨਾਲ ਰਜੂ ਕਰੋ, ਹੂੰ ਜ਼ਾਤ ਨਾਲ ਮੁਹੱਬਤ ਕਰੋ। ਹੂੰ ਦੁਨੀਆ ਦੇ ਕੰਮ ਜਿਹੜੇ ਨੇ ਆਟੋਮੈਟਿਕ ਹੁੰਦੇ ਜਾਂਦੇ। ਬਹੁਤ ਦੁਨੀਆ ਦੀ ਖੁਆਇਸ਼ ਨਾ ਕਰੋ, ਸਹੀ। ਲੇਕਿਨ ਜ਼ਾਤ, ਸਾਰੇ ਕੰਮ ਜਿਹੜਾ ਨਾ, ਜਦੋਂ ਜ਼ਾਤ ਨਾਲ ਰਜੂ ਹੋਏਗਾ, ਜ਼ਾਤ ਨਾਲ ਮੁਹੱਬਤ ਹੋਏਗੀ, ਜ਼ਾਤ ਨਾਲ ਪਿਆਰ ਹੋਏਗਾ, ਆਟੋਮੈਟਿਕ ਸਾਰੇ ਕੰਮ ਹੋਣਗੇ। ਸਹੀ। ਜ਼ਾਤ ਕਰ। ਬਹੁਤ ਸ਼ੁਕਰੀਆ ਬਾਬਾ ਜੀ, ਤੁਸੀਂ ਆਪਣਾ ਟਾਈਮ ਦਿੱਤਾ ਸਾਨੂੰ, ਤੇ ਬੜੀ ਮਿਹਰਬਾਨੀ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਮਾਲਕ ਸਭ ਨੂੰ ਸਲਾਮਤ ਰੱਖੇ, ਹਾਂ। ਸਭ ਦੀ ਖੈਰ ਹੋਵੇ, ਸਭ ਦਾ